ਜਿਨਾ ਇੱਕ ਮਨ ਇੱਕ ਚਿਤ ਧਿਆਇਆ, ਸਤਿਗੁਰ ਸੋ ਚਿਤ ਲਾਏ। ਤਿਨ ਕੀ ਦੁੱਖ ਭੁੱਖ ਹਉਮੈ ਵੱਡਾ ਰੋਗ ਗਿਆ, ਨਿਰਦੋਖ ਭਏ ਲਿਵ ਲਾਏ। ਗੁਣ ਗਾਵੈ ਗੁਣ ਉਚਰੈ, ਗੁਣ ਮਹਿ ਸਮੈ ਸਮਾਏ। ਨਾਨਕ ਗੁਰ ਪੂਰੇ ਤੇ ਪਾਇਆ, ਸਹਿਜ ਮਿਲਿਆ ਪ੍ਰਭ ਆਏ। ਗੁਣ ਗਾਵੈ ਗੁਣ ਉਚਰੈ, ਗੁਣ ਮੈਂ ਸਮੈ ਸਮਾਏ। ਨਾਨਕ ਗੁਰ ਪੂਰੇ ਤੇ ਪਾਇਆ, ਸਹਿਜ ਮਿਲਿਆ ਪ੍ਰਭ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਸ਼ਲੋਕ ਵਾਰਾਂ ਤੇ ਵਧੀਕ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ। ਤਿਸ ਲੜੀ ਦੇ ਤਹਿਤ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ 22 ਨੰਬਰ ਸ਼ਲੋਕ, ਜਿਸ ਦਾ ਆਪਾਂ ਪਾਠ ਬਹੁਤ ਪਿਆਰ ਨਾਲ ਸਰਵਣ ਕੀਤਾ ਹੈ। ਇਹ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1423 ਦੇ ਉੱਪਰ ਸੁਭਾਏਮਾਨ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਪਾਵਨ ਸ਼ਲੋਕ ਵਿੱਚ ਮਨੁੱਖ ਦੀ ਜ਼ਿੰਦਗੀ ਵਿੱਚ ਜੋ ਸਭ ਤੋਂ ਵੱਡਾ ਦੁੱਖ ਹੈ, ਸਭ ਤੋਂ ਵੱਡੀ ਭੁੱਖ ਹੈ, ਜਾਂ ਇੰਜ ਕਹਿ ਲਈਏ ਵੀ ਸਭ ਤੋਂ ਵੱਡਾ ਜਿਹੜਾ ਮਨੁੱਖ ਦਾ ਰੋਗ ਹੈ, ਉਹਦਾ ਜ਼ਿਕਰ ਕੀਤਾ ਹੈ। ਦੁੱਖ ਸ਼ਬਦ ਇੱਦਾਂ ਦਾ ਹੈ, ਜ਼ਿੰਦਗੀ ਵਿੱਚ ਕਿਸੇ ਦੇ ਦੁੱਖ ਆ ਜਾਣਾ ਇਹ ਤਾਂ ਬਹੁਤ ਵੱਡੀ ਗੱਲ ਹੈ। ਦੁੱਖ ਦਾ ਸੁਨੇਹਾ ਵੀ ਮਨੁੱਖ ਸੁਣਨਾ ਨਹੀਂ ਚਾਹੁੰਦਾ, ਦੁੱਖ ਦੀ ਖਬਰ ਵੀ ਆਪਣੇ ਕੰਨਾਂ ਨਾਲ ਸੁਣਨਾ ਪਸੰਦ ਨਹੀਂ ਕਰਦਾ। ਸਤਿਗੁਰ ਦੀ ਜਦੋਂ ਬਾਣੀ ਆਪਾਂ ਪੜ੍ਹਦੇ ਹਾਂ, ਦੁੱਖਾਂ ਦਾ ਜਦੋਂ ਜ਼ਿਕਰ ਆਉਂਦਾ ਹੈ, ਦੁੱਖ ਵੀ ਦੋ ਕਿਸਮ ਦੇ ਨੇ। ਇੱਕ ਤੁਹਾਡੇ ਤਨ ਦੇ ਦੁੱਖ ਨੇ, ਇੱਕ ਤੁਹਾਡੇ ਮਨ ਦੇ ਦੁੱਖ ਨੇ। ਭਾਵੇਂ ਕਿ ਜਦੋਂ ਮਨ ਦੇ ਦੁੱਖਾਂ ਦੀ ਸ਼ੁਰੂਆਤ ਹੁੰਦੀ ਹੈ, ਇਹ ਆਣ ਕੇ ਭਾਵੇਂ ਤਨ ਦੇ ਦੁੱਖਾਂ ਦੇ ਉੱਤੇ ਆਣ ਕੇ ਇਹਨਾਂ ਦਾ ਨਿਬੇੜਾ ਹੁੰਦਾ ਹੈ। ਮਨ ਪਹਿਲਾਂ ਦੁਖੀ ਹੁੰਦਾ ਹੈ, ਮਨ ਪਹਿਲਾਂ ਪੀੜਾ ਹੰਡਾਉਂਦਾ ਹੈ, ਤਨ ਬਾਅਦ ਵਿੱਚ ਪੀੜਾ ਹੰਡਾਉਂਦਾ ਹੈ। ਜਦੋਂ ਠੀਕ ਹੋਣ ਲੱਗਣਾ ਹੈ ਉਦੋਂ ਵੀ ਇੱਦਾਂ ਹੀ ਹੋਏਗਾ। ਪਹਿਲਾਂ ਮਨ ਠੀਕ ਹੋਏਗਾ, ਤਨ ਬਾਅਦ ਵਿੱਚ ਠੀਕ ਹੋਏਗਾ। ਜੇ ਮਨ ਠੀਕ ਨਹੀਂ, ਮਨ ਰੋਗ ਤੋਂ ਰਹਿਤ ਨਹੀਂ, ਤੇ ਤਨ ਰੋਗ ਤੋਂ ਰਹਿਤ ਕਦੀ ਨਹੀਂ ਹੋ ਸਕਦਾ। ਇੱਥੇ ਸਤਿਗੁਰੂ ਜੀ ਕਹਿੰਦੇ ਨੇ, ਜਿਨ੍ਹਾਂ ਇੱਕ ਮਨ ਇੱਕ ਚਿੱਤ ਧਿਆਇਆ। ਜਿਨ੍ਹਾਂ ਨੇ, ਹੁਣ ਧਿਆਉਣ ਵਾਲੇ ਤੇ ਦੁਨੀਆ ਤੇ ਬਹੁਤ ਨੇ, ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਧਿਆ ਰਹੇ ਨੇ, ਪਰ ਇੱਕ ਮਨ ਨਹੀਂ ਹੈਗਾ। ਮਨ ਦੀ ਦਾਲ ਬਣੀ ਹੋਈ ਹੈ, ਡਬਲ ਮਾਈਂਡਡ ਨੇ। ਹੁਣ ਇੱਥੇ ਸ਼ਬਦ ਵਰਤਿਆ, ਜਿਨ੍ਹਾਂ ਇੱਕ ਮਨ ਇੱਕ ਚਿੱਤ, ਇੱਕ ਮਨ ਤੇ ਇੱਕ ਚਿੱਤ ਹੋ ਕੇ ਜਿਨ੍ਹਾਂ ਨੇ ਧਿਆਇਆ ਹੈ। ਆਪਾਂ ਸ਼ਬਦ ਪੜ੍ਹਦੇ ਹਾਂ, ਜਦੋਂ ਸ਼ਲੋਕ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਆਸਾ ਕੀ ਵਾਰ ਬਾਣੀ ਵਿੱਚੋਂ ਪੜ੍ਹਦੇ ਹਾਂ। ਸੱਚ ਕਾਲ ਕੂੜ ਵਰਤਿਆ, ਕਲ ਕਾਲਕ ਬੇਤਾਲ। ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ। ਜੇ ਇੱਕ ਹੋਏ ਤਾਂ ਉਗਵੈ। ਜੇ ਬੀਜ ਸਾਬਤ ਹੋਏਗਾ ਤਾਂ ਹੀ ਉੱਗੇਗਾ। ਚਣਾ ਸਾਬਤ ਹੋਏਗਾ, ਹੋਰ ਚਣੇ ਪੈਦਾ ਕਰਨ ਦੀ ਉਹਦੇ ਵਿੱਚ ਤਾਕਤ ਹੈ। ਪਰ ਜੇ ਚਣੇ ਦੇ ਦੋ ਟੋਟੇ ਹੋ ਗਏ, ਦਾਲ ਬਣ ਗਈ, ਫਿਰ ਨਹੀਂ। ਜਿਵੇਂ ਚਣੇ ਦੇ ਦੋ ਟੋਟੇ ਹੋ ਗਏ, ਦਾਲ ਬਣ ਗਈ, ਉੱਗ ਨਹੀਂ ਸਕਦਾ, ਅੱਗੇ ਉਹਦੇ ਤੋਂ ਕੋਈ ਹੋਰ ਚਣੇ ਪੈਦਾ ਨਹੀਂ ਹੋ ਸਕਦੇ। ਸੇਮ ਇੱਦਾਂ ਮਨੁੱਖੀ ਜੀਵਨ ਦੀ ਗੱਲ ਹੈ। ਮਨੁੱਖ ਦਾ ਮਨ ਵੀ ਅੱਜ ਡਬਲ ਮਾਈਂਡਡ ਹੈ। ਮਨ ਦੋ ਨੇ, ਇਕੱਲੀ ਪਰਮੇਸ਼ਰ ਵਾਲੇ ਬੰਨੇ ਨਹੀਂ। ਤੁਸੀਂ ਕਿਸੇ ਕਾਰੋਬਾਰ 'ਚ ਵੇਖ ਲਓ, ਜੇ ਬੰਦੇ ਦਾ ਮਨ ਦੁਬਿਧਾ 'ਚ ਹੈ ਤੇ ਕਾਰੋਬਾਰ 'ਚ ਕਾਮਯਾਬ ਨਹੀਂ ਹੋਏਗਾ। ਜੇ ਪੜ੍ਹਾਈ 'ਚ ਉਹ ਦੁਚਿੱਤੇਪਨ ਵਿੱਚ ਹੈ ਤੇ ਬੱਚਾ ਪੜ੍ਹਾਈ 'ਚ ਕਾਮਯਾਬ ਨਹੀਂ ਹੋਏਗਾ। ਤੁਸੀਂ ਆਪਣੇ ਕਿਸੇ ਪੁੱਤਰ ਧੀ ਨੂੰ ਵਿਦੇਸ਼ ਭੇਜਿਆ ਹੈ, ਆਪਣੇ ਤੋਂ ਪਰਾਂ ਭੇਜਿਆ, ਜੇ ਉਹਦਾ ਉੱਥੇ ਮਨ ਇੱਕ ਨਹੀਂ ਹੈਗਾ, ਪੜ੍ਹਾਈ 'ਚ ਧਿਆਨ ਨਹੀਂ ਹੈਗਾ, ਤੇ ਕਾਮਯਾਬ ਕਦੀ ਵੀ ਨਹੀਂ ਹੋਏਗਾ। ਤੋ ਜਿੰਨੀ ਦੇਰ ਤੱਕ ਇੱਕ ਮਨ ਨਹੀਂ ਹੁੰਦਾ, ਇੱਕ ਮਨ, ਹੁਣ ਤੁਸੀਂ ਵੇਖੋ ਥਾਂ ਥਾਂ 'ਤੇ ਆਪਾਂ ਜਦੋਂ ਕਾਰ ਡਰਾਈਵ ਕਰਦੇ ਹਾਂ, ਉਹਦੇ 'ਤੇ ਲਿਖਿਆ ਹੁੰਦਾ ਕਿ ਤੁਸੀਂ ਕਾਰ ਡਰਾਈਵ ਕਰਦੇ ਹਾਂ, ਡਰਾਈਵਿੰਗ ਕਰਦੇ ਹਾਂ, ਮੋਬਾਈਲ ਦੀ ਵਰਤੋਂ ਨਾ ਕਰੋ। ਉਹਦਾ ਮਤਲਬ ਕੀ ਹੈ
ਵੀ ਤੁਹਾਡੇ ਬ੍ਰੇਨ ਨੇ ਹੁਣ ਆਪਾਂ ਕਹਿੰਦੇ ਸਾਡੇ ਹੱਥਾਂ ਨੇ ਗੱਡੀ ਚਲਾਉਣੀ, ਪਰ ਬ੍ਰੇਨ ਚਲਾਉਂਦਾ ਗੱਡੀ। ਜੇ ਤੁਹਾਡਾ ਮਨ ਮਾੜਾ ਜਿਹਾ ਵੀ ਤੁਹਾਡੇ ਧਿਆਨ ਉਖੜ ਗਿਆ ਤੇ ਐਕਸੀਡੈਂਟ ਦੇ ਚਾਂਸ ਜਿਹੜੇ ਆ ਉਹ ਬਣ ਜਾਂਦੇ ਨੇ। ਹੁਣ ਲਿਖਿਆ ਸਾਡੇ ਫਾਇਦੇ ਲਈ ਹੁੰਦਾ, ਪਰ ਅਸੀਂ ਕਈ ਵਾਰੀ ਉਹਨਾਂ ਗੱਲਾਂ ਨੂੰ ਸੁਣੀਆਂ ਅਣਸੁਣੀਆਂ ਕਰ ਦਿੰਦੇ ਵੀ ਕੋਈ ਗੱਲ ਨਹੀਂ। ਜੇ ਅਸੀਂ ਇੱਕ ਦੁਨਿਆਵੀ ਥੋੜ੍ਹਾ ਜਿਹਾ ਸਫ਼ਰ ਤੈਅ ਕਰਨ ਲੱਗਿਆ, ਅਸੀਂ ਆਪਣੇ ਧਿਆਨ ਤੋਂ ਭਟਕ ਗਏ, ਆਪਣੇ ਨਿਸ਼ਾਨੇ ਤੋਂ ਭਟਕ ਗਏ, ਤੇ ਨੁਕਸਾਨ ਹੋਣਾ ਸੁਭਾਵਿਕ ਹੈ। ਤੇ ਜ਼ਿੰਦਗੀ ਦੀ ਤਾਂ ਰੇਸ ਹੀ ਬਹੁਤ ਵੱਡੀ ਹੈ, ਜ਼ਿੰਦਗੀ ਦਾ ਤਾਂ ਸਫ਼ਰ ਹੀ ਬਹੁਤ ਵੱਡਾ ਹੈ। ਇੱਥੇ ਇੱਕ ਮਨ ਹੋਣਾ ਬਹੁਤ ਜ਼ਰੂਰੀ ਹੈ। ਜਿੰਨੇ ਵੀ ਦੁਨੀਆ 'ਤੇ ਮਨੁੱਖ ਕਾਮਯਾਬ ਹੋਏ ਨੇ, ਉਹਨਾਂ ਨੇ ਆਪਣਾ ਇੱਕ ਨਿਸ਼ਾਨਾ ਮਿਥਿਆ ਸੀ ਕਿ ਇੱਥੇ ਅਸੀਂ ਪਹੁੰਚਣਾ, ਗੋਲ ਮਿਥਿਆ ਸੀ। ਤੁਸੀਂ ਤੀਰ ਦੇ ਨਾਲ ਵੀ ਨਿਸ਼ਾਨਾ ਲਾਉਣਾ ਨਾ, ਤੁਹਾਨੂੰ ਇੱਕ ਮਨ ਹੋਣਾ ਪੈਂਦਾ ਹੈ। ਜਿਹੜੇ ਲੋਕ ਤੀਰ ਦਾ ਨਿਸ਼ਾਨਾ ਲਾਉਂਦੇ ਨੇ, ਕੋਈ ਗਨ ਦਾ ਨਿਸ਼ਾਨਾ ਲਾਉਂਦੇ ਨੇ, ਅਤੇ ਐਨ ਪੂਰੇ ਬਰੀਕੀ ਨਾਲ ਧਿਆਨ ਇਕਾਗਰ ਕਰਦੇ ਨੇ। ਸੂਈ ਦੇ ਵਿੱਚ ਤੁਸੀਂ ਸੂਈ ਦੇ ਨੱਕੇ ਵਿੱਚੋਂ ਦੀ ਧਾਗਾ ਲਗਾਉਣਾ ਹੋਵੇ ਨਾ, ਉਦੋਂ ਵੀ ਪੂਰਾ ਧਿਆਨ ਕੇਂਦਰਿਤ ਕਰਨਾ ਪੈਂਦਾ ਹੈ। ਜੇ ਧਿਆਨ ਮਾੜਾ ਜਿਹਾ ਉਖੜ ਜਾਏ, ਗੱਲ ਬਣਦੀ ਨਹੀਂ। ਅੱਜ ਮਨ ਕੇਂਦਰਿਤ ਹੈ ਕਿੱਥੇ ਮਨੁੱਖ ਦਾ? ਮਨ ਦੇ ਵਿੱਚ ਅੱਗ ਲੱਗੀ ਪਈ ਹੈ, ਵਾਹ ਵਰੋਲੇ ਉੱਠ ਰਹੇ ਨੇ ਮਨੁੱਖੀ ਜੀਵਨ ਦੇ ਵਿੱਚ। ਤੋ ਗੁਰੂ ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਇੱਕ ਮਨ ਇੱਕ ਚਿੱਤ ਧਿਆਇਆ, ਸਤਿਗੁਰ ਸੋ ਚਿੱਤ ਲਾਏ। ਸਤਿਗੁਰ ਦੇ ਨਾਲ ਚਿੱਤ ਲਾ ਕੇ, ਸਤਿਗੁਰ ਦੇ ਕੋਲੋਂ ਅਗਵਾਈ ਲੈ ਕੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਮਨ ਇੱਕ ਚਿੱਤ ਹੋ ਕੇ ਉਹਦੇ ਨਾਲ ਸਾਂਝ ਪਾਈ ਹੈ। ਮਹਾਰਾਜ ਕੀ ਹੋਇਆ ਉਹਨਾਂ ਦੇ ਜੀਵਨ 'ਚ? ਕਹਿੰਦੇ ਆ ਹੋਇਆ ਕਿ ਤਿੰਨ ਕੀ ਉਹਨਾਂ ਦੀ ਦੁੱਖ ਭੁੱਖ ਹਉਮੈ ਵੱਡਾ ਰੋਗ ਗਿਆ। ਉਹਨਾਂ ਦੇ ਜੀਵਨ ਦੇ ਵਿੱਚੋਂ ਦੁੱਖ ਚਲਾ ਗਿਆ। ਕਿਹੜਾ ਦੁੱਖ? ਹੁਣ ਗੱਲ ਮਨ ਦੀ ਹੋ ਰਹੀ ਹੈ ਤਾਂ ਦੁੱਖ ਵੀ ਤਾਂ ਮਨ ਦੇ ਹੋਣਗੇ ਨਾ। ਗੱਲ ਤਾਂ ਮਨ ਦੀ ਹੋਈ ਹੈ, ਇੱਕ ਮਨ ਦੀ ਗੱਲ ਹੋ ਰਹੀ ਹੈ, ਇੱਕ ਮਨ ਇੱਕ ਚਿੱਤ, ਅਤੇ ਦੁੱਖ ਫਿਰ ਮਨ ਦੇ ਹੋਣਗੇ। ਮਨ ਦੇ ਦੁੱਖ ਕਿਹੜੇ ਨੇ? ਦੁੱਖ ਵਿਛੋੜਾ। ਗੁਰ ਕੀ ਬਾਣੀ ਗੁਰ ਤੇ ਜਾਤੀ। ਸਤਿਗੁਰ ਦੀ ਬਾਣੀ ਦੀ ਵਿਆਖਿਆ ਸਤਿਗੁਰ ਦੀ ਬਾਣੀ ਵਿੱਚੋਂ ਕਰਾਂਗੇ ਤੇ ਗੱਲ ਸੌਖਿਆਂ ਸਮਝ ਆ ਜਾਊਗੀ। ਹੁਣ ਇੱਥੇ ਗੱਲ ਕੀਤੀ ਹੈ ਤਿੰਨ ਕੀ ਦੁੱਖ, ਉਹਨਾਂ ਦਾ ਦੁੱਖ। ਦੁੱਖ ਕਿਹੜਾ ਹੈ? ਦੁੱਖ ਵਿਛੋੜਾ। ਸਭ ਤੋਂ ਪਹਿਲਾ ਦੁੱਖ ਹੈ ਵਿਛੋੜੇ ਦਾ। ਪਹਿਲਾ ਦੁੱਖ ਹੀ ਵਿਛੋੜੇ ਦਾ। ਤੁਸੀਂ ਵੇਖੋ, ਇੱਕ ਦਰਖਤ ਦੇ ਟਾਹਣੀ ਨਾਲੋਂ ਪੱਤਾ ਟੁੱਟਦਾ, ਪਹਿਲਾਂ ਉਹਦਾ ਪੱਤੇ ਦਾ ਦੁੱਖ ਪਹਿਲਾਂ ਕੀ ਹੈ ਕਿ ਉਹ ਟਾਹਣੀ ਨਾਲੋਂ ਦਰਖਤ ਨਾਲੋਂ ਅਲੱਗ ਹੋ ਗਿਆ। ਬਾਕੀ ਤਾਂ ਫਿਰ ਅਗਲੇ ਦੁੱਖ ਵਾ ਨਾ, ਜਦੋਂ ਇੱਕ ਟੁੱਟ ਗਿਆ ਫਿਰ ਤੈਨੂੰ ਹਵਾ ਨੇ ਕਿਤੇ ਨਾ ਕਿਤੇ ਉਡਾ ਕੇ ਲੈ ਜਾਣਾ ਹੈ। ਤਾਂ ਹੀ ਆਖਿਆ ਸੀ ਨਾ, ਇੱਕ ਮੂਲ ਲੱਗੇ ਉਹਨੀ ਸੁੱਖ ਪਾਇਆ, ਡਾਲੀ ਲਾਗੇ ਤਿੰਨੇ ਜਨਮ ਗਵਾਇਆ। ਜਦੋਂ ਟੁੱਟ ਗਈ ਉਦੋਂ ਤੱਕ ਹਰਿਆ ਸੀ, ਜਦੋਂ ਤੱਕ ਦਰਖਤ ਨਾਲ ਜੁੜਿਆ ਸੀ ਪੱਤਾ ਹਰਿਆ ਸੀ। ਜਦੋਂ ਟੁੱਟ ਹੀ ਗਿਆ, ਪਹਿਲਾ ਦੁੱਖ ਵਿਛੋੜਾ ਦੁੱਖ ਹੈ। ਪੱਤਾ ਦਰਖਤ ਨਾਲੋਂ ਟੁੱਟਦਾ ਹੈ ਅਤੇ ਉਹਦੀ ਹਰਿਆਲੀ ਗਵਾ ਜਾਂਦੀ ਹੈ। ਜਦੋਂ ਮਨੁੱਖ ਸੱਚ ਨਾਲੋਂ ਟੁੱਟਦਾ ਹੈ, ਸੱਚ ਨਾਲੋਂ ਇਹਦੀ ਦੂਰੀ ਪੈਂਦੀ ਹੈ, ਇਹ ਪਹਿਲਾ ਦੁੱਖ ਹੈ। ਦੁੱਖ ਵਿਛੋੜਾ। ਇੱਕ ਦੁੱਖ ਭੂਖ। ਅੱਛਾ, ਵਿਛੋੜੇ ਤੋਂ ਬਾਅਦ ਜਦੋਂ ਟੁੱਟ ਹੀ ਗਿਆ ਤਾਂ ਫਿਰ ਭੁੱਖ ਨੇ ਜਨਮ ਤਾਂ ਲੈਣਾ ਸੀ। ਅਤੇ ਭੁੱਖ ਕਈ ਕਿਸਮ ਦੀ ਹੈ। ਭੁੱਖ ਕਾਹਦੀ ਹੈ? ਮਾਇਆ ਦੀ ਭੁੱਖ, ਤ੍ਰਿਸ਼ਨਾ ਦੀ ਭੁੱਖ, ਵੇਖਣ ਦੀ ਭੁੱਖ, ਸੁਣਨ ਦੀ ਭੁੱਖ। ਇਹ ਭੁੱਖ ਹੀ ਹੈ। ਚੌਧਰ ਦੀ ਭੁੱਖ, ਮਾਣ ਸਨਮਾਨ ਦੀ ਭੁੱਖ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤਵਾਰ ਜਮਦੂਤ। ਇੱਕ ਦੁੱਖ ਕਿਹੜਾ? ਸਖਤਵਾਰ ਜਮਦੂਤ, ਪੰਜਾਂ ਵਕਾਰਾਂ ਦਾ। ਇਹ ਵੀ ਤਾਂ ਇੱਕ ਦੁੱਖ ਹੈ। ਇੱਕ ਦੁੱਖ ਰੋਗ ਲੱਗਾ ਤਨ ਤਾਏ। ਇਹ ਦੁੱਖ ਇੱਦਾਂ ਦਾ, ਇਹ ਧਾ ਕੇ ਬੰਦੇ ਦੇ ਆਣ ਕੇ ਤਨ ਨੂੰ ਚਿੰਬੜ ਜਾਂਦੇ। ਤਨ ਮੀਨਿੰਗ ਮਨ। ਵੈਦ ਨਾ ਭੋਲੇ ਦਾਰੂ ਲਾਏ। ਹੁਣ ਵੈਦ ਭੋਲੇ ਨੂੰ ਕੀ ਪਤਾ ਹੈ? ਗੁਰੂ ਸਾਹਿਬ ਕਹਿੰਦੇ ਵੈਦ ਭੋਲੇ ਨੂੰ ਕੀ ਪਤਾ ਹੈ? ਭੋਲੇ ਵੈਦ ਨੂੰ ਇਸ ਗੱਲ ਦਾ ਕੀ ਪਤਾ ਵੀ ਬਿਮਾਰੀ ਤੇ ਅੰਦਰ ਹੈ, ਇਲਾਜ ਬਾਹਰ ਦਾ ਹੋ ਰਿਹਾ। ਹੁਣ ਇੱਥੇ ਸ਼ਬਦ ਗੁਰੂ ਸਾਹਿਬ ਜੀ ਨੇ ਕਮਾਲ ਦਾ ਵਰਤਿਆ, ਕਹਿਣ ਲੱਗੇ ਤਿੰਨ ਕੀ ਦੁੱਖ ਭੁੱਖ ਹਉਮੈ। ਦੁੱਖ ਭੁੱਖ ਤੇ ਹਉਮੈ, ਤਿੰਨਾਂ ਨੂੰ ਗੁਰੂ ਸਾਹਿਬ ਨੇ ਇੱਕ ਲੜੀ ਵਿੱਚ ਪਰੋਇਆ। ਹੁਣ ਆਪਾਂ ਜਦੋਂ ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੇ ਖਾਏ ਚੱਲੀਆਂ ਦੁੱਖ। ਜਦੋਂ ਸੱਚ ਨਾਲ ਮਨੁੱਖ ਜੁੜਦਾ, ਸੱਚ ਦੀ ਭੁੱਖ ਲੱਗਦੀ ਹੈ, ਮਨੁੱਖ ਦੀ ਜ਼ਿੰਦਗੀ ਵਿੱਚੋਂ ਦੁੱਖਾਂ ਦੀ ਕਮੀ ਆ ਜਾਂਦੀ ਹੈ। ਦੁੱਖ ਉਹਦੀ ਜ਼ਿੰਦਗੀ 'ਚੋਂ ਮੁੱਕ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਆਪਾਂ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਜੀ ਦਾ ਵਾਕ, ਸਾਹਿਬ ਜੀ ਨੇ ਦੀਵਾ ਮੇਰਾ ਏਕ ਨਾਮ। ਅਸੀਂ ਬੜੇ ਦੀਵੇ ਜਗਾਏ ਚਾਨਣ ਵਾਸਤੇ। ਪਰਮਾਤਮਾ ਜੀ, ਮੈਂ ਤੁਹਾਡੇ ਨਾਮ ਨੂੰ ਦੀਵਾ ਬਣਾ ਲਿਆ, ਮੈਂ ਸੱਚ ਦਾ ਦੀਵਾ ਬਣਾ ਲਿਆ, ਸੱਚ ਨੂੰ ਦੀਵਾ ਬਣਾ ਲਿਆ ਮੈਂ। ਅਤੇ ਦੁੱਖ
ਵਿੱਚ ਪਾਇਆ ਤੇਲ, ਇੱਥੇ ਕੋਮਾ ਲੱਗਣਾ, ਵਿਸ਼ਰਾਮ ਇੱਥੇ ਹੈ, ਦੁੱਖ ਵਿੱਚ ਪਾਇਆ ਤੇਲ। ਦੁੱਖਾਂ ਨੂੰ ਤੇਲ ਬਣਾ ਕੇ ਮੈਂ ਤੁਹਾਡੇ ਨਾਮ ਦੇ ਦੀਵੇ ਵਿੱਚ ਪਾਤਾ, ਯਾਨੀ ਕਿ ਮੈਂ ਆਪਣੇ तमाम ਦੁੱਖਾਂ ਨੂੰ, ਵਿਛੋੜੇ ਦਾ ਦੁੱਖ, ਮਾਇਆ ਦੀ ਭੁੱਖ, ਇਹ ਸਾਰੇ ਇਕੱਠੇ ਕਰਕੇ ਨਾ ਤੁਹਾਡੇ ਨਾਮ ਦੇ ਦੀਵੇ 'ਚ ਪਾਤਾ ਹੈ। ਦੀਵਾ ਮੇਰਾ ਇੱਕ ਨਾਮ, ਦੁੱਖ ਵਿੱਚ ਪਾਇਆ ਤੇਲ। ਹੁਣ ਕੀ ਹੋ ਗਿਆ? ਉਨ ਚਾਨਣ। ਹੁਣ ਜਿਉਂ-ਜਿਉਂ ਚਾਨਣ ਹੁੰਦਾ ਹੈ ਨਾ, ਉਹਨੂੰ ਸੋਕਿਆ ਚੂਕਾ ਜਮ ਸਿਓ ਮੇਲ। ਹੁਣ ਕੁਦਰਤੀ ਗੱਲ ਹੈ, ਜਦੋਂ ਦੀਵੇ ਵਿੱਚ ਤੇਲ ਪਿਆ, ਜਦੋਂ ਚਾਨਣ ਹੁੰਦਾ ਤੇ ਕਿਹੜੀ ਚੀਜ਼ ਸੜਦੀ ਹੈ? ਦੀਵੇ ਵਿੱਚ ਪਿਆ ਤੇਲ ਸੜਦਾ। ਤੇ ਇੱਥੇ ਤੇਲ ਕੀ ਹੈ? ਇੱਥੇ ਤੇਲ ਹੈ ਦੁੱਖ। ਜਿਉਂ-ਜਿਉਂ ਚਾਨਣ ਹੁੰਦਾ, ਦੁੱਖਾਂ ਦਾ ਤੇਲ ਸੜੀ ਜਾਂਦਾ ਤੇ ਪਿੱਛੇ ਸੁੱਖ ਰਹਿ ਜਾ ਰਹੇ ਨੇ। ਕਾਸ਼ ਕਿਤੇ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਕਹਿਣ ਮੁਤਾਬਕ ਇਹ ਆਪਣੇ ਜੀਵਨ 'ਚ ਦੀਵਾ ਬਾਲਿਆ ਹੁੰਦਾ, ਫਿਰ ਇਸ ਦੀਵੇ 'ਤੇ ਪੈਸਾ ਕੋਈ ਨਹੀਂ ਖਰਚਣਾ ਪੈਂਦਾ, ਫਿਰ ਇਹ ਦੀਵੇ ਨਾਲ ਕਿਸੇ ਦੇ ਘਰ ਨੂੰ ਅੱਗ ਨਹੀਂ ਲੱਗ ਸਕਦੀ, ਫਿਰ ਇਹ ਦੀਵਾ ਅੰਦਰ 24 ਘੰਟੇ ਜਗੀ ਜਾਣਾ। ਭਗਤ ਕਬੀਰ ਜੀ ਨੇ ਇਸੇ ਦੀਵੇ ਦਾ ਜ਼ਿਕਰ ਕੀਤਾ ਸੀ ਨਾ, ਵੀ ਕਿਆ ਪੜ੍ਹੀਏ ਕਿਆ ਗੁਣੀਏ, ਕੀ ਫਾਇਦਾ ਤੇਰੇ ਪੜ੍ਹਨ ਗੁਣ ਦਾ, ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, पढ़े सुने क्या हुई, जो सहज न मिले उस हुई। हर का नाम न जप से गवारा, क्या सोचें बारंबारा। अंधियारे दीपक चाहिए, हनेरे विच दीवा चाहिए। हुण हनेरे 'च दीवे की महत्ता ना, हनेरा ना होवे तो दीवे की की अहमियत रह जाती है। अंधियारे दीपक चाहिए, एक बसता गोचर रही है। मनुखी जीवन च हनेरा है, एक दीवा चाहिए जगाउण नूं, ते आ दीवा जगाइए। दीवा मेरा एक नाम, मेरे वास्ते तुहाडा नाम दीवा है। एक बसता गोचर रही है, बसता गोचर पाई, घट दीपक रहा समाई। हुण हिरदे 'च दीवा, हुण घट दीपक रहा समाई, हिरदे 'च दीवा समाया होया, तो दीवा की सी? नाम। देखो किन्ने विचारां दे किन्ने सांझ ने। ये भगत कबीर जी दा शब्द है, वो गुरु नानक साहिब जी दा शब्द है, इत्थे गुरु रामदास जी दा शब्द है। तुसीं विचारधारक सांझ वेखो किड्डी कमाल दी। वो गुरु नानक साहिब जी कहंदे ने तुहाडा नाम ही मेरे वास्ते मैं दीवा बना लिया, तो दुखां नूं बना के तेल उहदे विच पाता। ते इत्थे भगत कबीर जी कहंदे ने घट दीपक रहा समाई, यानी कि नाम दा दीवा अंदर ही समाया होया। अंधियारे दीपक चाहिए, हनेरी जिंदगी 'च एक दीवा चाहिए। एक बसता गोचर रही है, बसता गोचर पाई, घट दीपक रहा समाई। हुण वो जिहड़ी अगोचर वस्तु सी लभ गई, जो दीवे अंदर जगदे दीवे नाल ही सांझ पै गई। सामने जोत जोत है सोई, तिस दे चानण सामने चानण होए। सच का दीवा, सच्चाई का दीवा, उहदे नाल सांझ पा के जिंदगी जिउणी मनुख ने। देखो बाणी पढ़ी है ना, एक गल समझ आउंदी, गुरु साहब ने सारा जोर ही मनुख ते लाया। जो रब पाउण की गल भी आउंदी, उहदा अर्थ बंदिया तू अपने आप जिम्मेवारियां चक ला, सियाणा बन जा, सूझवान बन जा। अखां दा सही वेखना, कन्नां दा सही सुनना, जुबान दा सही बोलना, समाज नूं सोहना बनाउणा, इहो परमेश्वर पाउणा है। हुण कई पुछदे रब की है? तुहाडे अंदर आया होया चंगा ख्याल, जो तुहानूं चंगे काम लई प्रेरणा दिंदा है, वो चंगा ख्याल ही परमेश्वर है। रब कोई इदां वखरी साक्षात इदां रूप धारण करके थोड़ा हुंदा है। वो जो चंगा ख्याल है, फिर उपना जिन्ना मर्जी नूं कर चंगे काम जिंदगी दे विच। हुण ख्याल दी कोई फोटो थोड़ा ला सकदा है, ख्याल ते प्रैक्टिकल काम कीतियां प्रगट होना है ना। हुण तुहाडे अंदर ख्याल आया, मैं आह काम करना है, चंगा ख्याल। हुण ख्याल दी फोटो लाओगे तुसीं? कोई विचार आया तुहाडे दिमाग, विचार दी की फोटो लाओगे भला? फुल दी सुगंधी दी की फोटो ला सकदे हो तुसीं? इदां ही परमेश्वर है। बस इनू गुरु नानक साहिब ने इदां पेश किया है कि बंदिया अपने आप नूं सवारना, अपने आप नूं घड़ना, तिथे घड़ीए सुरत मत मन बुद्ध, इहो ही उस सच्चे परमात्मा की प्राप्ति है। ये लफ्ज़ किहड़े प्यारे वरते गुरुदेव जी ने। हुण इत्थे महाराज की कहंदे ने, तिन की दुख, उन्हां दी दुख भुख हौमे वड्डा रोग गया, जिहड़ा वड्डा रोग सी। हुण वड्डा रोग पता क्यों वरतिया हौमे नूं? क्योंकि हौमे सब तो खतरनाक रोग है। हौमे रोग मानो को दीना, ये आया भी मनुख दे हिस्से है। अजे बाकी रोग दूजियां च हैगे, जिवें काम वासना दा हाथी च है, मच्छी नूं जुबान दा चस्का है, पतंगे नूं वेखण दा है, भौरे नूं सूंघण दा है। पर जिहड़ा हौमे दा रोग है ना, ये कल्ला इंसान दे हिस्से आया।
ਤੁਸੀਂ ਵੇਖੋ ਕਿੱਦਾਂ ਬੰਦਾ ਛਾਤੀ ਤੇ ਹੱਥ ਮਾਰ ਕੇ ਕਰਦਾ ਆ ਮੈਂ ਨਾ ਹੁੰਦਾ ਤੇ ਆਹ ਕੰਮ ਹੋਣਾ ਹੀ ਨਹੀਂ ਸੀ। ਜੋ ਮੈਂ ਗੱਲ ਕਹੀ ਅਜੇ ਤੱਕ ਕਿਸੇ ਨੇ ਕਹੀ ਨਹੀਂ, ਜੋ ਮੈਂ ਰਾਹ ਵਿਖਾਇਆ ਕਿਸੇ ਨੇ ਅਜੇ ਤੱਕ ਵਿਖਾਇਆ ਹੀ ਨਹੀਂ, ਜੋ ਮੈਂ ਪੈੜਾ ਪਾਈਆਂ ਕਿਸੇ ਨੇ ਅਜੇ ਤੱਕ ਪਾਈਆਂ ਹੀ ਨਹੀਂ। ਇਹ ਈਗੋ ਹੈ ਜਿਹੜੀ ਇਨਸਾਨ ਨੂੰ, ਪਰਿਵਾਰਾਂ 'ਚ ਵੀ ਆ ਤਲਾਕ, ਨਿੱਕੀਆਂ ਨਿੱਕੀਆਂ ਗੱਲਾਂ 'ਤੇ ਕਈ ਵਾਰੀ ਬੱਚੇ ਹੋਣ ਤੋਂ ਬਾਅਦ ਵੀ ਤਲਾਕ ਕਿਉਂ ਹੁੰਦੇ ਨੇ? ਇਸੇ ਕਰਕੇ ਬੰਦਾ ਸੁਣਨ ਨੂੰ ਤੇਰੇ ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਆਖੇ, ਮੰਨਣ ਨੂੰ ਤਿਆਰ ਨਹੀਂ। ਗੁਰੂ ਸਾਹਿਬ ਜੀ ਇੱਥੇ ਬਾਕਮਾਲ ਗੱਲ ਕਰ ਰਹੇ ਨੇ, ਕਹਿੰਦੇ 3 ਕੀ ਦੁੱਖ ਭੁੱਖ, ਉਹਨਾਂ ਦਾ ਦੁੱਖ ਜੀਵਨ ਦਾ, ਤੇ ਦੁੱਖ ਕਿਹੜਾ ਸੀ? ਦੁੱਖ ਵਿਛੋੜਾ। ਭੁੱਖ ਤਾਂ ਹੀ ਆਖਿਆ ਸੀ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ, ਪਰ ਭੁੱਖ ਦੀਆਂ ਵੀ, ਭੁੱਖ ਦੇ ਵੀ ਕਈ ਰੂਪ ਨੇ ਸਾਧ ਸੰਗਤ ਜੀ, ਭੁੱਖ ਦਾ ਕੋਈ ਇੱਕ ਰੂਪ ਨਹੀਂ ਹੈ। ਅੱਖਾਂ ਨਾਲ ਗਲਤ ਵੇਖਣਾ ਇਹ ਵੀ ਤਾਂ ਭੁੱਖ ਹੀ ਹੈ ਨਾ, ਮਿਟਦੀ ਨਹੀਂ ਭੁੱਖ ਸਾਰੀ ਜ਼ਿੰਦਗੀ ਬੰਦੇ ਦੀ। ਸੁਣਨ ਨਾਲ ਮਾੜਾ ਸੁਣੀ ਜਾਣਾ, ਤੁਸੀਂ ਵੇਖੋ ਚੁਗਲੀ, ਜਿਹੜੇ ਬੰਦੇ ਬਹਿਰੇ ਆ ਨਾ, ਜਿਹੜੇ ਕਹਿੰਦੇ ਨਹੀਂ ਮੈਨੂੰ ਸੁਣਦਾ ਘੱਟ ਹੈ, ਪਰਿਵਾਰਾਂ 'ਚ ਤੁਸੀਂ ਵੇਖੋ ਕਈ ਬੰਦੇ ਨੂੰ ਉੱਚਾ ਸੁਣਦਾ, ਪਰ ਤੁਸੀਂ ਕੋਈ ਮਾੜੀ ਜਿਹੀ ਗੱਲ ਕਰਕੇ ਵੇਖੋ ਜਿਹੜੀ ਲੱਗੇ ਕਿ ਉਹਨਾਂ ਦੇ ਤੁਸੀਂ ਉਲਟ ਕੀਤੀ ਹੈ ਜਾਂ ਉਹਦੇ ਹੱਕ 'ਚ, 1 ਸਕਿੰਟ 'ਚ ਸੁਣਗੇ। ਕੰਮ ਦੀ ਗੱਲ ਘੱਟ ਸੁਣਦੀ ਹੈ, ਭੁੱਖ ਹੈ ਨਾ ਅੰਦਰ ਸੁਣਨ ਦੀ, ਸੁਣਨਾ ਚਾਹੁੰਦਾ, ਅਖੀਰ ਤੱਕ ਸੁਣਨਾ ਚਾਹੁੰਦਾ। ਤੇ ਕਮਾਲ ਦੀ ਗੱਲ ਹੈ, ਸੁਣਨਾ ਕੀ ਚਾਹੁੰਦਾ? ਦੂਜੇ ਦੀਆਂ ਮਾੜੀਆਂ, ਆਪਣੀ ਤਾਰੀਫ, ਇਹ ਸੁਣਨਾ ਚਾਹੁੰਦਾ। ਇਹ ਸਾਰੀ ਜ਼ਿੰਦਗੀ ਭੁੱਖ ਹੀ ਨਹੀਂ ਮਿਟਦੀ। ਇਹ ਨਹੀਂ ਸੁਣਨਾ ਚਾਹੁੰਦਾ ਵੀ ਕੋਈ ਦੂਜੇ ਦੀ ਵਡਿਆਈ ਕਰੇ ਤੇ ਮੈਨੂੰ ਕੋਈ ਕਵੇ ਤੇਰੇ 'ਚ ਨੁਕਸ, ਇਹ ਨਹੀਂ ਸੁਣਨਾ ਚਾਹੁੰਦਾ। ਭਾਵੇਂ ਸਕੇ ਭਰਾ ਦੀ ਤਜਰਬਾ ਕਰਿਓ, ਸਕੇ ਭਰਾ ਦੀ ਵਡਿਆਈ ਕਰਕੇ ਵੇਖਿਓ, ਉਹ ਕਹੇਗਾ ਤੈਨੂੰ ਹੋਰ ਕੋਈ ਕੰਮ ਨਹੀਂ ਹੈਗਾ। ਮਾੜੀਆਂ ਗੱਲਾਂ ਕਰਕੇ ਵੇਖ ਲਓ ਤਾਂ ਚਸਕੇ ਲਾ ਕੇ ਸੁਣਦਾ, ਬੱਲੇ ਹੋਰ ਬੋਲੀ ਜਾ, ਹੋਰ ਜੇ ਉਹ ਗੱਲ ਠੰਡੀ ਵੀ ਪਾਉਣੀ ਚਾਹਵੇ ਉਹਨੂੰ ਫੇਰ ਛੇੜਦਾ ਵੀ ਸੁਣਾ ਇੱਕ ਵਾਰੀ ਕਿ ਦੁਬਾਰਾ ਸਵਾਦ ਆ ਰਿਹਾ ਇੱਕ ਵਾਰੀ। ਤੇ ਇਹ ਵੀ ਚਾਹੁੰਦਾ ਕਿ ਮੇਰੀ ਵਡਿਆਈ ਕਰੇ, ਇਹਨੂੰ ਬਾਣੀ ਰਾਸ ਆਂਦੀ, ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ। ਹੁਣ ਗੁਰੂ ਨਾਨਕ ਸਾਹਿਬ ਨੇ ਇੱਕ ਬੜਾ ਪਿਆਰਾ ਬਚਨ ਸਾਡੇ ਸਾਹਮਣੇ ਰੱਖਿਆ ਕਿ ਜਦੋਂ ਅਸੀਂ ਜ਼ਿੰਦਗੀ ਨੂੰ ਜਿਉਣਾ ਹੈ, ਕਿੱਦਾਂ ਅਸੀਂ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾ ਕੇ ਇਹਨਾਂ ਦੁੱਖਾਂ ਤੋਂ ਆਪਣੀ ਜ਼ਿੰਦਗੀ ਦੇ ਵਿੱਚੋਂ ਖਹਿੜਾ ਕਿੱਦਾਂ ਛਡਾਉਣਾ। ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਜਦੋਂ ਖਸਮ ਨੂੰ ਭੁਲਾ ਕੇ ਅਸੀਂ ਮਾੜੇ, ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ। ਖਸਮ ਨੂੰ ਕਿਹਨੇ ਭੁਲਾਇਆ ਸੀ? ਮਨ ਨੇ, ਤੇ ਰੋਗ ਆਣ ਕੇ ਤਨ ਨੂੰ ਚਿੰਬੜ ਗਿਆ। ਕੋਈ ਸੰਬੰਧ ਬੜਾ ਡੂੰਘਾ ਹੈ ਨਾ, ਸੱਚ ਨਾਲੋਂ ਤੇ ਨਾਤਾ ਤੋੜਿਆ ਮਨ ਨੇ ਤੇ ਪੀੜਤ ਹੋਇਆ ਤਨ। ਸੱਚ ਮਨ ਨੇ ਸੱਚ ਨਾਲੋਂ ਦੂਰੀ ਬਣਾ ਲਈ। ਦੁੱਖ ਕਿਹੜਾ ਸੀ? ਪਹਿਲਾ ਵਿਛੋੜੇ ਦਾ ਦੁੱਖ, ਸੱਚ ਨਾਲੋਂ ਟੁੱਟ ਗਿਆ। ਹੁਣ ਅੱਗੇ ਭੁੱਖ ਆ ਗਈ, ਅੱਗੇ ਹਉਮੈ ਦਾ ਰੋਗ ਹੈ ਜਿਹੜਾ ਮਨੁੱਖ ਦੀ ਜ਼ਿੰਦਗੀ ਦੀ ਤਰੱਕੀ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ, ਅੱਗੇ ਵਧਣ ਨਹੀਂ ਦਿੰਦਾ। ਹੁਣ ਇੱਥੇ ਮਹਾਰਾਜ ਕਹਿੰਦੇ ਨੇ 3 ਕੀ ਦੁੱਖ ਭੁੱਖ ਹਉਮੈ ਵੱਡਾ ਰੋਗ ਗਿਆ। ਕਿਹਨਾਂ ਦਾ ਗਿਆ? ਪਿਛਲੀ ਤੁਕ ਨਾਲ ਜੋੜਨੀ ਹੈ। ਜਿਨ੍ਹਾਂ ਇੱਕ ਮਨ ਇੱਕ ਚਿੱਤ ਤੇ ਆਇਆ, ਜਿਨ੍ਹਾਂ ਦਾ ਇੱਕ ਮਨ ਇੱਕ ਚਿੱਤ ਸੀ ਨਾ, ਸਤਿਗੁਰ ਸਹੁੰ ਚਿੱਤ ਲਾਏ, ਜਿਹੜੇ ਸਤਿਗੁਰ ਦੇ ਨਾਲ ਸਾਂਝ ਪਾ ਕੇ ਇੱਕ ਮਨ ਚਿੱਤ ਤੇ ਹੁੰਦੇ ਸੀ, ਉਹਨਾਂ ਦੀ ਜ਼ਿੰਦਗੀ 'ਚੋਂ ਆ ਦੁੱਖ ਗਿਆ ਵਾ। ਉੱਦਾਂ ਨਹੀਂ। 3 ਕੀ ਦੁੱਖ ਭੁੱਖ ਹਉਮੈ ਵੱਡਾ ਰੋਗ ਗਿਆ। ਤੇ ਕੀ ਹੋ ਗਿਆ? ਨਿਰਦੋਖ ਭਏ। ਨਿਰਦੋਖ ਦਾ ਅਰਥ ਆ ਵਕਾਰ ਰਹਿਤ ਹੋ ਗਏ, ਕਿਲ ਵਿਖ ਨਾਸੇ ਗਏ। ਹਰ ਚਰਨ ਹਿਰਦੇ ਵਸਾਏ, ਤੂੰ ਕਿਲ ਵਿਖ ਹੋਵੇਂ ਨਾਸ। ਉਹਨੇ ਹਰੀ ਦੇ ਸ਼ਬਦ ਰੂਪੀ ਚਰਨਾਂ ਨੂੰ ਹਿਰਦੇ 'ਚ ਵਸਾ ਲਿਆ ਤੇ ਕਿਲ ਵਿਖ ਨਾਸ ਹੋ ਗਏ। ਪੰਜ ਭੂ ਆਤਮਾ ਵਸ ਕਰੇ ਤਾਂ ਤੀਰਥ ਕਰੇ ਨਿਵਾਸ। ਜਿਹੜੇ ਉਹ ਮਨ ਪੰਜਾਂ ਦੇ ਅਧੀਨ ਹੋਇਆ ਪਿਆ ਸੀ, ਉਹਨਾਂ ਤੋਂ ਉਹਨੇ ਬਾਹਰ ਕੱਢ ਕੇ, ਸਮਝ ਲਓ ਬੰਦਾ ਤੀਰਥਾਂ 'ਤੇ ਇਸ਼ਨਾਨ ਕਰ ਰਿਹਾ। ਲੋਕ ਤੀਰਥਾਂ 'ਤੇ ਨਹਾਉਣ ਜਾਂਦੇ ਨੇ, ਉਹ ਤੀਰਥਾਂ 'ਤੇ ਹਰ ਵਕਤ ਨਹਾਉਂਦਾ, 24 ਘੰਟੇ ਤੀਰਥ ਸਥਾਨ 'ਤੇ ਰਹਿੰਦਾ। ਹੁਣ ਇੱਥੇ ਸ਼ਬਦ ਕੀ ਵਰਤਿਆ? ਨਿਰਦੋਖ ਭਏ, ਲਿਵ ਲਾਏ। ਤੇ ਲਿਵ ਕਿਹਨਾਂ ਲਾਈ? ਜਿਨ੍ਹਾਂ ਇੱਕ ਮਨ ਇੱਕ ਚਿੱਤ ਆਇਆ ਹੈ, ਉਹ ਨਿਰਦੋਖ ਹੋ ਗਏ, ਰੋਗ ਤੋਂ ਰਹਿਤ ਹੋ ਗਏ। ਤੇ ਇਹੋ ਕਿਲਵਿਖ ਨੇ ਜਿਹੜੇ ਬੰਦੇ ਨੂੰ ਇੱਕ ਥਾਂ ਤੇ ਟਿਕਣ। ਕਿਲਵਿਖ ਮਾੜੀ ਸੋਚ, ਮਾੜੇ ਵਿਚਾਰ ਇੱਦਾਂ ਹੀ ਨੇ ਜਿਵੇਂ ਕੱਪੜੇ 'ਚ ਮੈਲ ਹੋਵੇ ਤੇ ਮੈਲਾ ਕੱਪੜਾ ਤੁਸੀਂ ਪਾਉਣ ਨੂੰ ਤਿਆਰ ਨਹੀਂ। ਇਹ ਸੇਮ ਇੱਦਾਂ ਹੈ ਜਿਵੇਂ ਬਰਤਨ ਮੈਲਾ ਹੋਵੇ, ਤੁਸੀਂ ਉਹ 'ਚ ਖਾਣਾ ਖਾਣ ਨੂੰ ਤਿਆਰ ਨਹੀਂ। ਮੈਲੀ ਚਾਦਰ ਹੋਵੇ, ਤੁਸੀਂ ਬੈਠਣ ਨੂੰ ਤਿਆਰ ਨਹੀਂ। ਤੇ ਜੇ ਤੁਸੀਂ ਮੈਲ ਨੂੰ ਪਸੰਦ ਨਹੀਂ ਕਰਦੇ ਤੇ ਉਹ ਅਕਾਲ ਪੁਰਖ ਵਾਹਿਗੁਰੂ ਮਾਲਕ ਮੈਲੇ ਜੀਵਨ ਨੂੰ ਕਿੱਦਾਂ ਪ੍ਰਵਾਨ ਕਰ ਲਏਗਾ ਬਈ।
इत्थों मैल बाहर तो कढ़नी पवेगी ना। फिर कमाल की गल वेखो, तन नूं मैलों बाहर लगती है मिट्टी कट्टा उड के, जिहड़ी मन नूं मैल लगी है कित्थों आई? कदी सोचिया कि ये किहड़ी मैल है जिहड़ी बंदे नूं अंदरों दुखी करती है, परेशान करती है? ऐब तन चिकड़ो ए मन मींड को, कमल की सार नहीं मूल पाई। पौर उस्ताद नित भाख्या बोले, क्यों बूझे जे नहीं बुझाई। ਜਦੋਂ ਅਸੀਂ ਸਤਿਗੁਰ ਦੇ ਬਚਨਾਂ ਨੂੰ ਧਿਆਨ ਨਾਲ ਪੜ੍ਹਦੇ ਹਾਂ, ਬਿਖ ਫਲ ਮੀਠ ਲੱਗੇ ਮਨ ਬੋਰੇ, ਚਾਰ ਵਿਚਾਰ ਨਾ ਜਾਣਿਆ, ਗੁਣ ਤੇ ਪ੍ਰੀਤ ਵੱਡੀ ਅਨਭਾਂਤੀ, ਜਨਮ ਮਰਨ ਫਿਰ ਤਾਨਿਆ। ਐਬ ਧਨ ਚਿੱਕੜੋ, ਜਿਹੜਾ ਐਬਾਂ ਦਾ ਚਿੱਕੜ ਹੈ, ਜਿਹੜੀ ਅੰਦਰ ਮਲੀਨਤਾ ਭਰੀ ਪਈ ਹੈ, ਇਸੇ ਨੂੰ ਗੁਰੂ ਅਰਜਨ ਸਾਹਿਬ ਨੇ ਆਖਿਆ ਸੀ, ਹਮ ਮੈਲੇ ਤੁਮ ਉਜੜ ਕਰਦੇ, ਹਮ ਨਿਰਗੁਣ ਤੂੰ ਦਾਤਾ। ਤੁਸੀਂ ਗੁਣਾਂ ਦੇ ਦਾਤੇ ਹੋ, ਮੈਂ ਨਿਰਗੁਣ ਯਾਰਾ, ਮੇਰੇ 'ਚ ਕੋਈ ਗੁਣ ਨਹੀਂ, ਮੈਂ ਤੁਹਾਡੇ ਕੋਲ ਗੁਣਾਂ ਦੀ ਦਾਤ ਲੈਣਾ ਆ। मन मैला सब कुछ मैला, तन धोता है मन अच्छा ना हो। तन धोवोगे तन साफ होएगा, मन कितना साफ हो जाएगा? तन धोते हैं सिर्फ तन साफ होएगा। हुण इत्थे महाराज कहते ने, तिन की दुख भुख हौमै वड्डा रोग गया। उन्हां दा दुख भुख हौमे वड्डा रोग जिहड़ा सी, अज को मनण नूं तैयार है हौमे नूं वड्डा रोग। अज घर दियां लिस्टां बणियां होईयां ने, साडे घर इंनी दवाई महीने बाद आउंदी है जी, इंनी दवाई रोज़ लगदी है जी, इन्ना खर्चा रोज़ आउंदा जी, इस करके बड़े परेशान आ। वो भले जिहड़ा मेन बीमारी सी उत्थों तक तो पहुंचे ही नहीं असी। हौमे वड्डा रोग है। ये तो ठीक है, दुनिया चलती आई है, तो ये तो गुरु साहब वेले भी वैदखाने खोलने पे महाराज नूं, बड़े बड़े हकीम कोल रखने पे। अज भी गुरुद्वारियां नाल डिस्पेंसरियां हॉस्पिटल इस गल की गवाही भरदियां ने कि जिहड़े शरीर के रोग ने उन्हां वास्ते समय समय तुहानूं प्रबंध करने पैणे ने, पर जिहड़ा मेन रोग पुआड़ी की जड़ है घर च, वो तो हौमे का रोग सी, वो तो काम वासना का रोग सी, वो तो गलत वेखण गलत सुणन की भुख, वो एक रोग सी जिहड़ा चिंबड़िया होया सी बंदे नूं। जो जो दिसै सो सो रोगी, रोग रहत मेरा सतगुर जोगी। उस रोग तो जे कोई रह सी तो सतगुरु सी, तो जे मैं सतगुरु नाल सांझ पावांगा, मैनूं भी इन्हां रोगां तो आज़ादी मिल जाएगी, इन्हां रोगां तो मेरा खैड़ा छुट जाएगा। अगे कहते ने, तिन की दुख भुख हौमै वड्डा रोग गया, निर्दोख भए विकारां तो रहत हो गए। कदों? लिव लाए गुण गावें। गुणां नूं गाउण नाल, गाउण दा मीनिंग हुंदा उन्हां गुणां नूं जिउणा। लिओ तुसीं गुण गाई जाओ, मैं भी गाई जाना, निरवैर है निरभौ है, तुसीं भी कही जाओ मैं भी कही जाना, पर जे आपां निरभौ निरवैर ना होए तो इन्हां नूं जुबान तो गाउण दा अर्थ की रह गया भला, जे आपां ही वैर पा के बैठे हो फलाणे नाल। हुण इत्थे शब्द वरतिया गुण गावें, गुणां नूं गाउणा, गुण उच्चरें, गुणां नूं उचारना, गुणां नूं जुबान राही प्रगट करना, शरीर दे राही जिउणा। कल्ला कल्ला हथ कर्म इंद्रा ज्ञान इंद्रा उन्हां गुणां मुताबक अपना कर्म करे, हरकत करे। अखां सही वेखण, कान सही सुन, जुबान सही बोले, पैर सही रस्ते ते तुरन। ये गुण गाउणे ने। इनू आख्या गुण गावां, दिन रात गुण गाउने, गुण गावां दिन रात नानक चा। ये दिन रात गुण गाउण दा अर्थ की है भी दिन रात ईमानदारी रवे, दिन रात मैं अपने फर्जां की पहचान करा, दिन रात जिवें एक कूकर है अपने मालक का वो टुकड़ खांदा है तो वफादारी करता है। स्वामी को गृह ज्यों सदा स्वान तजतनी नित, नानक ए बिद हर भजो एक मन होए एक चित, जिन्ना एक मन एक चित त्याया। इदां ना गुरु रामदास जी कहते इदां, तो गुरु नौवें पातशाह जी कहते जे सिखना तो फिर कूकर कोलों सिख। स्वामी को गृह ज्यों सदा स्वान तजतनी नित। जिवें एक कूकर है ना, जे बंदगी सीखनी तो कूकर कोलों सीख, कुत्ते कोलों सीख ला। बंदगी की असली परिभाषा डेफिनेशन कूकर कोलों सीख, कितना ईमानदार है। वो घर को रिश्तेदार अमीर भी आ जाए उन्होंने नाल जाना चाहिए, वो कहना नहीं नहीं मालक मेरा यो ही है। कोई रिश्तेदार पहली बारी आया हो तो उन्होंने भी वढ़ खाण नूं पैंदा है। वो कहना मैं तेनों जानदा नहीं, वो तो हौली हौली जो एक दिन दो दिन रहिंदा, फिर पता लगता है भी अपने परिवार का मैंबर ही है। तुहाडे गली महल्ले चों तुहाडे कोई तुहाडे घर कोई मिलण आ जाए तो कुत्ता उन्होंने पैंदा है। फिर वो कहता बेटे नूं, बच्चे नूं कहता बेटा माड़ा जिहा कुत्ते दे अगे खलोई,
ਹੁਣ ਬੱਚਾ ਛੋਟਾ ਹੈ ਪਰ ਬੱਚੇ ਨੂੰ ਇੰਨੀ ਸੈਂਸ ਹੈ ਇਹ ਮਾਲਕ ਦਾ ਬੱਚਾ ਹੈ, ਇਹ ਸਾਡੇ ਪਰਿਵਾਰ ਦਾ ਮੈਂਬਰ ਹੈ, ਉਹਨੂੰ ਕੁਝ ਨਹੀਂ ਕਹਿੰਦਾ, ਉਹ ਉਹਦੇ ਮੂੰਹ 'ਚ ਹੱਥ ਵੀ ਪਾਉਂਦਾ, ਉਹਦੇ ਨਾਲ ਖੇਡਦਾ, ਪਰ ਬਾਹਰੋਂ ਆ ਰਿਹਾ ਉਹਨੂੰ ਵੱਢ ਖਾਣ ਨੂੰ ਪੈਂਦਾ। ਉਹ ਕਹੇ ਮੈਂ ਪਹਿਲਵਾਨ ਹਾਂ, ਉਹ ਕਹੇ ਮੈਂ ਤਾਂ ਥਾਣੇ 'ਚ SHO ਲੱਗਾ, ਮੈਂ DSP ਲੱਗਾ, ਇੱਥੇ ਮੈਨੂੰ ਕੁੱਤਾ ਪਈ ਜਾਂਦਾ। ਕੁੱਤੇ ਨੂੰ ਇੰਨਾ ਪਤਾ ਵੀ ਮੇਰਾ ਮਾਲਕ ਹੈ, ਮੇਰੇ ਬੱਚੇ, ਤੂੰ ਕੌਣ ਹੈ, ਮੈਂ ਤੈਨੂੰ ਜਾਣਦਾ ਨਹੀਂ, ਮੈਂ ਤਾਂ ਜਾਣਦਾ ਨਹੀਂ ਤੈਨੂੰ। ਫਿਰ ਤੁਸੀਂ ਆਪਣੇ ਘਰੋਂ ਬਾਹਰ ਗਏ ਜੇ, ਤੁਹਾਨੂੰ ਆਪਣਾ ਘਰ ਭੁੱਲ ਸਕਦਾ, ਕੁੱਕਰ ਨੂੰ ਨਹੀਂ ਭੁੱਲਦਾ, ਉਹਨੂੰ ਪਤਾ ਮੇਰੇ ਮਾਲਕ ਦਾ ਘਰ ਹੀ ਹੈ। ਅੱਧੀ ਰਾਤ ਤੁਹਾਡੇ ਘਰ ਚੋਰ ਆ ਜਾਏ, ਕੰਧ ਟੱਪ ਕੇ ਆ ਜਾਏ, ਮਾਲਕ ਐ ਆਰਾਮ ਨਾਲ ਸੁੱਤਾ ਹੈ, ਉਹ ਆਪਣੀ ਖਾਧੀ ਹੋਈ ਰੋਟੀ ਦਾ ਮੁੱਲ ਅਦਾ ਕਰਦਾ ਹੈ। स्वामी को गृह ज्यों सदा स्वान तजत नहीं नेता। तो गुरु साहब जी कहते हैं इदा वफादारी अपनी जिंदगी, इसे करके भगत कबीर जी ने कहा सी हम कुकर तेरे दरबार भौंके आगे बदन पसार। तो इतने पातशाह जी कहते गुण गावें गुण उचरा, गुण मह समय समाए, गुणा विच ही हमेशा लीन रहना जीवन जीवना, नानक गुरपुरे ते पाया। हे नानक ये सारी वो बख्शिश, ये जीवन ਦੇ ਵਿੱਚੋਂ ਦੁੱਖ ਚਲੇ ਜਾਣੇ ਕਿੱਥੋਂ ਮਿਲਦੇ ਆ? ਗੁਰਪੂਰੇ ਤੋਂ ਇਹ ਬਖਸ਼ਿਸ਼ ਪ੍ਰਾਪਤ ਹੁੰਦੀ ਆ। ਇੱਕ ਮਨ ਇੱਕ ਚਿੱਤ ਵਾਲੀ ਚੇਤਨਤਾ ਜਾਗਦੀ ਆ। ਸਹਿਜ ਮਿਲਿਆ ਪ੍ਰਭ ਆਏ, ਸਹਿਜ ਵਿੱਚ ਟਿਕ ਕੇ ਪ੍ਰਭੂ ਮਿਲ ਗਿਆ। ਤੇ ਪ੍ਰਭੂ ਮਿਲਣ ਦਾ ਅਰਥ ਕੀ ਆ? ਮੈਂ ਆਪੇ ਦੀ ਪਹਿਚਾਣ ਕਰ ਲਈ, ਮੈਂ ਆਪਣੇ ਅੰਦਰ ਉਹਨਾਂ ਗੁਣਾਂ ਨੂੰ ਪਹਿਚਾਣ ਲਿਆ, ਉਹਨਾਂ ਗੁਣਾਂ ਮੁਤਾਬਕ ਜੀਵਨ ਜਿਉਣ ਲੱਗ ਪਿਆ। ਇਸ ਸ਼ਲੋਕ ਦਾ ਜੋ ਸਾਰੰਸ਼ ਇਹ ਹੈ, ਇੱਕ ਮਨ ਇੱਕ ਚਿੱਤ ਜੇ ਹੋਣਾ, ਬੰਦਗੀ ਸਿੱਖਣੀ ਤੇ ਕੂਕਰ ਕੋਲੋਂ ਸਿੱਖਣ ਦੀ ਕੋਸ਼ਿਸ਼ ਕਰ। ਕੂਕਰ ਦੀ ਜਿਹੜੀ ਇਮਾਨਦਾਰੀ ਹੈ, ਜਿਹੜੀ ਵਫਾਦਾਰੀ ਹੈ, ਕਾਸ਼ ਕਿਤੇ ਤੇਰੇ ਜੀਵਨ 'ਚ ਆ ਜਾਏ, ਜੀਵਨ ਖੂਬਸੂਰਤ ਬਣ ਜਾਏਗਾ। ਅਦਬ ਸਤਿਕਾਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।